हाँ जी, हैलो स्टूडेंट्स। ਅਸੀਂ ਡਾਇਨਾਮਿਕਸ ਕਰਦੇ ਪਏ ਹਾਂ। ਅੱਜ ਲੈਕਚਰ ਨੰਬਰ 18 ਕਰਾਂਗੇ। ਚੈਪਟਰ ਥਰਡ ਦਾ ਅਸੀਂ ਪਾਰਟ 7 ਕਰਦੇ ਪਏ ਹਾਂ। ਐਕਸਰਸਾਈਜ਼ ਕਿਹੜੀ ਕਰਦੇ ਪਏ ਹਾਂ? ਅਸੀਂ ਐਕਸਰਸਾਈਜ਼ 3C ਕਰਦੇ ਪਏ ਹਾਂ। ਇਹ ਅਸੀਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਲੈਕਚਰ ਨੰਬਰ 17 ਦੇ ਵਿੱਚ 1 ਤੱਕ ਕੀਤਾ ਸੀ ਆਰਟੀਕਲ। ਦੈਨ ਉਸ ਤੋਂ ਬਾਅਦ ਅਸੀਂ 3 ਕੁਐਸਚਨ ਕੀਤੇ ਸੀ ਐਕਸਰਸਾਈਜ਼ C ਦੇ। ਹੁਣ ਅਸੀਂ ਉਸ ਤੋਂ ਫਰਦਰ ਜਿਹੜੇ ਅਗਲੇ ਨੈਕਸਟ ਕੁਐਸਚਨ ਹੈ ਉਹ ਕਰਾਂਗੇ। ਅੱਜ ਅਸੀਂ 4th ਕੁਐਸਚਨ ਕਰਾਂਗੇ। ਇਹਦੀ ਸਟੇਟਮੈਂਟ ਪੜ੍ਹ ਲਈਏ। 2 bodies of masses 3 kg and 2 kg hung to the ends of a string over smooth pulley. At the end of 5 seconds the string breaks. String ਟੁੱਟ ਜਾਂਦੀ ਆ। How much higher the 2 kg mass will go? ਬਹੁਤ ਹੀ ਵਧੀਆ ਕੁਐਸਚਨ ਆ, ਬੜੇ ਧਿਆਨ ਨਾਲ ਸਮਝਣਾ। ਫਿਰ ਸਾਡੇ ਕੋਲ ਇੱਕ ਪੁਲੀ ਆ। ਸਾਰੀ ਐਕਸਰਸਾਈਜ਼ ਦੀ ਪੁਲੀ ਵਾਲੇ ਕੁਐਸਚਨ ਇਹਦੇ ਵਿੱਚ। ਪੁਲੀ ਕਿਹੋ ਜਿਹੀ ਹੁੰਦੀ ਆ ਉਹ ਮੈਂ ਆਪਣੇ ਪਿਛਲੇ ਲੈਕਚਰ 'ਚ ਤੁਹਾਨੂੰ ਬੜਾ ਈਜ਼ੀਲੀ ਉਹ ਸਮਝਾ ਚੁੱਕਿਆ। ਇਹ ਇੱਕ ਪੁਲੀ ਆ। ਇੱਥੇ ਅਸੀਂ ਮਾਸ 3 kg ਅਸੀਂ ਮੋਸਟਲੀ ਜਿਹੜਾ ਗ੍ਰੇਟਰ ਵੇਟ ਹੈ ਉਹ ਅਸੀਂ ਇੱਧਰ ਲੈਂਦੇ ਹਾਂ, ਜਿਹੜਾ ਲਾਈਟ ਵੇਟ ਆ ਉਹ ਅਸੀਂ ਇੱਧਰ ਲੈਂਦੇ ਹਾਂ। ਇੱਧਰ ਹੁਣ ਅਸੀਂ ਵੇਟ ਲਵਾਂਗੇ। ਸਪੋਜ਼ ਕਰੋ 2 kg ਇੱਥੇ ਲੈ ਲਿਆ। ਇਹ ਮੇਰਾ ਮਾਸ ਆ 2 kg। ਸੋ ਐਜ਼ ਏ ਫੋਰਸ ਜੇ ਮੈਂ ਲਵਾਂ ਇਹ 2g ਵੇਟ ਹੋ ਗਿਆ, ਇੱਦਾਂ ਹੀ ਇਹ 3g ਵੇਟ ਹੋ ਗਿਆ। ਫਿਰ ਅਸੀਂ ਟੀ ਟੈਂਸ਼ਨ ਸਪੋਜ਼ ਕਰਦੇ ਹੁੰਦੇ ਹਾਂ, ਜੋ ਖਿੱਚ ਪੈਂਦੀ ਆ ਟੈਂਸ਼ਨ ਇਨ ਦਾ ਆਪੋਜ਼ਿਟ ਡਾਇਰੈਕਸ਼ਨ। ਅਤੇ ਜਿੱਧਰ ਮਾਸ ਗ੍ਰੇਟਰ ਆ ਰੋਟੇਸ਼ਨ ਉੱਧਰ ਨੂੰ ਹੋਣੀ ਆ, ਐਕਸਲਰੇਸ਼ਨ ਇੱਦਾਂ ਮੂਵ ਕਰੇਗੀ। ਅਤੇ ਪਹਿਲਾ ਸਟੈਪ ਅਸੀਂ ਇਹੀ ਲਿਖਦੇ ਹੁੰਦੇ ਹਾਂ, ਲੈਟ ਐਫ ਬੀ ਯੂਨੀਫਾਰਮ ਐਕਸਲਰੇਸ਼ਨ ਐਂਡ ਟੀ ਬੀ ਟੈਂਸ਼ਨ ਇਨ ਦਾ ਸਟਰਿੰਗ ਚਲੋ ਇਹਨੂੰ ਤੁਸੀਂ ਮੈਂਸ਼ਨ ਕਰ ਲਿਓ, ਟੈਂਸ਼ਨ ਇਨ ਦਾ ਸਟਰਿੰਗ। ਠੀਕ ਹੈ ਜੀ, ਇਹ ਪਹਿਲਾ ਸਟੈਪ ਹੋ ਗਿਆ ਸਾਡਾ, ਟੈਂਸ਼ਨ ਇਨ ਦਾ ਸਟਰਿੰਗ। ਹੁਣ ਉਸ ਤੋਂ ਬਾਅਦ ਅਸੀਂ ਕੀ ਲਿਖਣੀਆਂ ਹੁੰਦੀਆਂ? ਇਕੁਏਸ਼ਨ ਆਫ ਮੋਸ਼ਨਸ। ਇਹ ਤੁਹਾਨੂੰ ਸਭ ਕੁਝ ਪਤਾ ਪਹਿਲੇ। ਅਸੀਂ ਇਕੁਏਸ਼ਨ ਆਫ ਮੋਸ਼ਨਸ ਕਿਵੇਂ ਲਿਖਦੇ ਹਾਂ? 3g minus t is equal to 3f. then equation of motion t minus 2g। ਇਹ ਮੈਂ ਬਹੁਤਾ ਐਕਸਪਲੇਨ ਨਹੀਂ ਕਰੂੰਗਾ। ਜਿਹਨੇ ਮੇਰੀਆਂ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਉਹ ਦੇਖ ਕੇ ਇਹ ਚੀਜ਼ ਸਮਝ ਸਕਦੇ ਆ। ਦੈਨ ਅਸੀਂ ਐਡ ਕਰਾਂਗੇ। ਜਦੋਂ ਤੁਸੀਂ ਐਡਿੰਗ ਕਰੋਗੇ ਫਿਰ ਕੀ ਹੋਣਾ? t ਕੈਂਸਲ ਹੋ ਜਾਣਾ, 3g minus 2g ਹੋ ਜਾਣਾ, g is equal to 5f। ਸੋ 5 ਆ ਗਿਆ g, f ਆ ਗਿਆ g over 5 ਮੀਟਰ ਪਰ ਸੈਕਿੰਡ। ਸਟਰਿੰਗ ਟੁੱਟਣ ਤੋਂ ਪਹਿਲਾਂ ਇਸ ਐਕਸਲਰੇਸ਼ਨ ਦੇ ਨਾਲ ਇਹ ਮਾਸ ਨੀਚੇ ਜਾ ਰਿਹਾ, ਮਤਲਬ ਕਿ ਰੇਟ ਆਫ ਚੇਂਜ ਆਫ ਵੈਲੋਸਿਟੀ, ਇਸ ਰੇਸ਼ੋ ਦੇ ਨਾਲ ਜਿਹੜੀ ਵੈਲੋਸਿਟੀ ਸਾਡੀ ਇਨਕਰੀਜ਼ ਹੋ ਰਹੀ ਆ। ਇਹ ਵੇਟ ਨੀਚੇ ਜਾ ਰਿਹਾ, ਇਹ ਉੱਪਰ ਜਾ ਰਿਹਾ। ਉਸ ਤੋਂ ਬਾਅਦ ਕੀ ਹੁੰਦਾ? ਟੈਂਸ਼ਨ ਤਾਂ ਅਸੀਂ ਫਾਈਂਡ ਕਰਨੀ ਨਹੀਂ, ਇਸ ਕੁਐਸਚਨ 'ਚ ਸਾਡੀ ਡਿਮਾਂਡ ਹੀ ਨਹੀਂ। ਫਿਰ ਕੀ ਹੁੰਦਾ ਉਸ ਤੋਂ ਬਾਅਦ? ਕਹਿੰਦੇ 5 ਸੈਕਿੰਡ ਦੇ ਬਾਅਦ ਐਟ ਦਾ ਐਂਡ ਆਫ 5 ਸੈਕਿੰਡ, 5 ਸੈਕਿੰਡ ਦੇ ਬਾਅਦ ਕੀ ਹੁੰਦਾ? ਸਟਰਿੰਗ ਬ੍ਰੇਕ ਹੋ ਜਾਂਦੀ ਆ, ਟੁੱਟ ਜਾਂਦੀ ਆ। ਅੱਛਾ, 5 ਸੈਕਿੰਡ ਦੇ ਬਾਅਦ ਹੁਣ ਅਸੀਂ ਇਹ ਦੇਖੀਏ ਕਿ 5 ਸੈਕਿੰਡ ਇਹ ਤਾਂ ਇਨੀਸ਼ੀਅਲ ਪੋਜੀਸ਼ਨ ਆ ਜਦੋਂ ਅਸੀਂ ਵੇਟ ਰੱਖਿਆ। ਜਦੋਂ 5 ਸੈਕਿੰਡ ਦੇ ਬਾਅਦ ਸਪੋਜ਼ ਕਰੋ ਕਿ ਸਾਡਾ ਉਹ ਵੇਟ ਇੱਥੇ ਆ, ਸਪੋਜ਼ ਕਰੋ ਇਹ ਵੇਟ ਇੱਥੇ ਕਿਤੇ ਪਹੁੰਚ ਗਿਆ। ਹੁਣ ਇਹ ਦੇਖਣਾ ਕਿ 5 ਸੈਕਿੰਡ ਦੇ ਬਾਅਦ ਜਦੋਂ, ਕਿਉਂਕਿ ਐਕਸਲਰੇਸ਼ਨ ਪੋਜ਼ਿਟਿਵ ਸੀ, ਵੈਲੋਸਿਟੀ ਇਨਕਰੀਜ਼ ਹੋਣੀ ਆ, ਕਿ ਵੈਲੋਸਿਟੀ ਕਿੰਨੀ ਹੋ ਗਈ? ਫਸਟ ਵਰਕ ਸਾਡਾ ਇਹ ਆ ਕਿ 5 ਸੈਕਿੰਡ ਦੇ ਬਾਅਦ ਇਹ ਵੇਟ ਜਿੱਦਾਂ ਨੀਚੇ ਜਾ ਰਿਹਾ, ਇਹ ਵੇਟ ਉੱਪਰ ਜਾ ਰਿਹਾ। ਉਹਨਾਂ 2 kg ਵੇਟ ਦੀ ਗੱਲ ਕੀਤੀ ਆ। ਇਸ ਲਾਈਨ 'ਤੇ ਮੈਂ ਬਾਅਦ 'ਚ ਆਉਣਾ। ਇਸ ਪੁੱਛਿਆ ਕੀ ਹੈ ਉਹ ਮੈਂ ਬਾਅਦ 'ਚ ਡਿਸਕਸ ਕਰਦਾ। ਪਹਿਲਾਂ ਮੈਂ ਇਹ ਦੇਖਣਾ ਕਿ ਜਦੋਂ ਇਸ ਪੋਜੀਸ਼ਨ ਤੋਂ ਅਸੀਂ ਇਸ ਪੋਜੀਸ਼ਨ 'ਤੇ ਪਹੁੰਚਦੇ ਹਾਂ, ਇੱਥੇ ਇਹ ਸਾਡੀ ਫਸਟ ਪੋਜੀਸ਼ਨ ਆ। ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚੇ, ਉਦੋਂ ਇੱਥੇ ਵੈਲੋਸਿਟੀ ਕਿੰਨੀ ਹੋਗੀ? ਇਨਕਰੀਜ਼ ਹੋਏਗੀ। ਉਹ ਅਸੀਂ ਦੇਖਦੇ ਹਾਂ ਕਿੰਨੀ ਹੋਏਗੀ। ਇੱਥੇ ਪਹਿਲੇ 0 ਸੀ ਇਨੀਸ਼ੀਅਲ ਪੋਜੀਸ਼ਨ ਤੇ। ਹਾਂਜੀ, ਲੈਟ v be velocity acquired by mass 2 kg। let v be velocity acquired by mass 2 kg, ਮਾਸ 2 kg। ਜੂ ਕਿੰਨਾ ਸੀ ਮੇਰੇ ਕੋਲ? ਜੂ 0 ਸੀ। ਇਨੀਸ਼ੀਅਲੀ ਪਹਿਲੇ ਰਸਟ ਵਿੱਚ ਸੀ। ਜਦੋਂ ਅਸੀਂ ਮਾਸ 2 kg ਅਤੇ ਇੱਧਰ 3 kg ਟਾਈ ਕੀਤਾ, ਇਹ ਨੀਚੇ ਹੋ ਗਿਆ ਫਿਰ ਉੱਪਰ ਗਿਆ। ਮਤਲਬ ਪਹਿਲਾਂ ਇੱਥੇ ਜੋ 0 ਸੀ, ਸਾਡੀ
फस्ट पोजीशन ते जू 0 सी ते एफ असी कैलकुलेट कर चुके हैं उपर एफ मेरे को G/5 मीटर पर सैकेंड तो 5 सैकेंड लगते इतों इत्थे जाण नूं ते ये भी गिवन आ टी मेरे को कितना टी हैगा मेरे को 5 सैकेंड जू 0 वी वेलोसिटी दैन एफ G/5 कैलकुलेट कर चुके हैं तो 5 सैकेंड असीं देखना क्योंकि 5 सैकेंड के बाद स्ट्रिंग ब्रेक होंदी आ इत्थों जो इत्थे पहुँचता फिर स्ट्रिंग ब्रेक होनी है। हाँ जी फिर असी यूज़ करिए V = जू प्लस एफ टी वी सपोज की वेलोसिटी इस पोजीशन ते जू 0 सी एफ G/5 आ टी भी 5 आ कैंसल हो के वेलोसिटी मिल गई G मीटर पर सैकेंड। ये इस पोजीशन ते है। मैं थोड़ा जा साइड ते तुहानूं समझाना थोड़ा जा मैं साइड ते समझावां ये हुण मैं रफ करन जा रहा क्योंकि ये सानूं कोई ज़रूरत नहीं हैगी। इनूं हुण मैं कर देना रफ इनूं हुण मैं कर देना रफ। हाँ जी इनूं हुण मैं कर रहा रफ। हाँ जी ये साडी स्टेटमेंट सी इत्थों तक सलूशन साडा चलदा पिया कंटिन्यू आ गया सलूशन। असल च कुछ पोजीशन ऐदा पहला वेट सी इस पोजीशन ते जिथे उहदी वेलोसिटी सी 0 फिर वो आफ्टर 5 सैकेंड इस पोजीशन ते पहुँच गया इत्थे उहदी वेलोसिटी असीं कैलकुलेट कर ली इत्थे उहदी वेलोसिटी जी हो गई कितना टाइम लग्या टाइम उन्होंने लग्या 5 सैकेंड। ठीक है जी वेलोसिटी इन्नी हो गई क्योंकि वेट नीचे जा रहा ये वेट ऊपर जा रहा 5 सैकेंड च वो वेट इत्थे पहुँच गया। उस तो बाद एक होर पोजीशन आनी आ बड़े ध्यान नाल समझना। हुण क्वेश्चन की है कहते हाउ मच हायर 2 kg मास विल गो जो ना 5 सैकेंड के बाद जो स्ट्रिंग टुटती इत्थे स्ट्रिंग हुण टुटनी है 5 सैकेंड के बाद स्ट्रिंग टुटनी जो इस पोजीशन ते आ हुण स्ट्रिंग ब्रेक होनी है इस पोजीशन ते। हुण तुहानूं ये पता कि जो भी असीं चलते पे हाँ चाहे तुसीं साइकिल ते चलते होवो चाहे स्कूटर ते बाइक ते कार ते जिद्दां भी तुसीं चलते होवो सपोज करो तुसीं इस पॉइंट ते जाके ब्रेक लगाई पिछों आ रहा तुसीं मोशन दे विच तुसीं मोशन दे विच आंदे होवो बड़े ध्यान नाल समझनी गल पॉइंट समझण वाला तुसीं इस ए पॉइंट ते आके ब्रेक लगाने आ ब्रेक लांदे सार तुसीं एकदम नहीं स्टॉप हो जाते तुसीं फरदर कुछ डिस्टेंस कवर कर जाते आ इत्थे जाके सी पोजीशन ते रुकदे आ। तुसीं जो मोशन चाहते होवो तुसीं ब्रेक लगाओ एकदम तो रुकना नहीं तुसीं साइकिल चलाते होवोगे स्कूटर चलाते होवोगे तुसीं देखियो एक्सपैरीमेंट करके ब्रेक लांदे लांदे थोड़ा जिहा डिस्टेंस असीं होर अगे मूव कर जाते हैं। उही इस क्वेश्चन च पुछया कि पहला इत्थे सी रेस्ट विच जदों वो मास 2 kg उपर गया 5 सैकेंड दे विच फिर इत्थे जाके स्ट्रिंग टुटदी आ जदों इत्थे जाके स्ट्रिंग टुटदी आ वो मास 2 kg क्योंकि मोशन सी उन्हें थोड़ा जिहा होर उपर चला जाना सपोज करो वो इत्थे पहुँच गया वो मास ये आ सी ए पोजीशन ए सी बी पोजीशन सी पोजीशन ते पहुँच गया इत्थे जाके उहदी वेलोसिटी 0 होनी है। इदां कह लो कि इत्थे जाके ब्रेक लगाई लगाते थोड़ा जिहा होर डिस्टेंस मूव कर गया रुकदा इत्थे जाके रुके इत्थे जाके वेलोसिटी 0 होई VG ये साडा पहला असीं जो मोशन डिस्टेंस किया A to B किया हुण असीं B to C करन जा रहे हैं। मैं फिर रिपीट करदा ये इत्थे असीं रेस्ट विच जो 2 kg मास असीं इधर लगाया 3 kg इधर लगाया 2 kg हुण उपर जा रहा 5 सैकेंड इत्थे पहुँच गया इत्थे जो पहुँच रहा इत्थे जाके स्ट्रिंग ब्रेक होनी है। जो स्ट्रिंग ब्रेक होई उन्हें थोड़ा जिहा होर अगे मूव कर जाना आ इन्ना डिस्टेंस होर अगे मूव कर गया ये असीं डिस्टेंस कितना मूव किया वो कैलकुलेट करना। मैं फिर रिपीट करा स्टेटमेंट एट द एंड ऑफ 5 सैकेंड इत्थे पहुँच गए 5 सैकेंड द स्ट्रिंग ब्रेक्स उस तो क्वेश्चन की किया कहते हाउ मच हायर द 2 kg मास विल गो कहते 2 kg मास कितना जो स्ट्रिंग टुटी 5 सैकेंड के बाद 2 kg मास कितना उपर चला गया वो असीं कैलकुलेट करना वो हुण समझो। नाउ हुण की आ स्ट्रिंग ब्रेक हो गई जो स्ट्रिंग ब्रेक हो गई दैन मास 2 kg विल गो जां विल मूव in upward direction कितना चिर until its
velocity 0 until its velocity is equal to 0 ਉਹਨਾਂ ਚਿਰ ਅੱਗੇ ਤੋਂ ਅੱਗੇ ਮੂਵ ਕਰਦਾ ਜਾਏਗਾ। ਸੋ ਹੁਣ ਵੀ ਇਸ ਪੋਜੀਸ਼ਨ 'ਚ ਕੀ ਹੋਣਾ, ਸਾਡੇ ਕੋਲ ਇਨੀਸ਼ੀਅਲ ਵੈਲੋਸਿਟੀ ਕੀ ਆ ਜੀ, ਕਿਉਂਕਿ ਅਸੀਂ ਮੋਸ਼ਨ ਹੁਣ B2C ਡਿਸਕਸ ਕਰਦੇ ਪਏ ਆ। ਇਹ ਸਾਡੀ ਇਨੀਸ਼ੀਅਲ ਵੈਲੋਸਿਟੀ, ਇਹ ਫਾਈਨਲ ਵੈਲੋਸਿਟੀ ਜੋ ਜੀ V0F, ਕਿਉਂਕਿ ਜਦੋਂ ਸਟਰਿੰਗ ਬ੍ਰੇਕ ਹੋ ਗਈ ਉਹਦਾ ਲਿੰਕ ਟੁੱਟ ਗਿਆ। ਹੁਣ ਜੋ ਸਾਡੀ ਐਕਸਲਰੇਸ਼ਨ ਆ ਉਹ ਡਿਊ ਟੂ ਗ੍ਰੈਵਿਟੀ ਆ, ਜਿਹੜੀ ਐਕਸਲਰੇਸ਼ਨ ਆ ਉਹ ਡਿਊ ਟੂ ਗ੍ਰੈਵਿਟੀ ਆ, ਕਿਉਂਕਿ ਅੰਡਰ ਗ੍ਰੈਵਿਟੀ ਮੂਵ ਕਰਨਾ। ਜੇ ਅਪਵਰਡ ਜਾ ਰਹੇ ਹਾਂ ਤਾਂ -G, ਡਾਊਨਵਰਡ ਜਾਣਾ ਤਾਂ G ਕਿਉਂ ਲਿਆ, ਮੈਂ ਫਿਰ ਰਿਪੀਟ ਕਰਦਾ, ਇੱਥੇ ਉਹ ਨਹੀਂ ਲੈਣਾ ਜੋ ਅਸੀਂ ਪਹਿਲੇ ਲਿਆ। ਉਹ ਤਾਂ ਲੈ ਰਹੇ ਸੀ ਕਿ ਅਸੀਂ ਸਟਰਿੰਗ ਦੇ ਨਾਲ ਚੱਲਦੇ ਸੀ, ਹੁਣ ਸਟਰਿੰਗ ਨਾਲੋਂ ਲਿੰਕ ਟੁੱਟ ਚੁੱਕਿਆ, ਸਟਰਿੰਗ ਹੋ ਚੁੱਕੀ ਆ ਬ੍ਰੇਕ, ਇਸ ਕਰਕੇ ਡਿਊ ਟੂ ਗ੍ਰੈਵਿਟੀ ਲੈਣੀ ਆ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਕਿਉਂਕਿ ਅਪਵਰਡ ਜਾ ਰਹੇ ਹਾਂ -G। ਇਸ ਡਿਸਟੈਂਸ ਅਸੀਂ ਫਾਈਂਡ ਕਰਨਾ ਅਤੇ ਯੂਜ਼ ਕਰਾਂਗੇ ਫਾਰਮੂਲਾ। ਹਾਂ, ਟੀ ਵੀ ਗਿਵਨ ਸੀ, ਟੀ ਕਿੰਨਾ ਸੀ 5 ਸੈਕਿੰਡ। ਇਹਨੂੰ ਪੇਪਰ 'ਚ ਬਣਾਉਣ ਦੀ ਜ਼ਰੂਰਤ ਨਹੀਂ, ਵੈਸੇ ਮੈਂ ਅੰਡਰਸਟੈਂਡ ਕਰਨ ਦੇ ਲਈ ਬਣਾਇਆ। ਟਾਈਮ 5 ਸੈਕਿੰਡ ਆ, ਵੈਸੇ ਯੂਜ਼ ਤਾਂ ਹੋਣਾ ਨਹੀਂ, ਫਿਰ ਵੀ ਅਸੀਂ ਹੁਣ ਫਾਰਮੂਲਾ ਯੂਜ਼ ਕਰ ਲਈਏ V², ਕਿਉਂਕਿ ਡਿਸਟੈਂਸ ਫਾਈਂਡ ਕਰਨਾ ਇਹਦੇ 'ਚ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ। V², ਹਾਂ ਇੱਥੇ ਟਾਈਮ ਨਹੀਂ ਆਉਣਾ ਕਿਉਂਕਿ 5 ਸੈਕਿੰਡ ਨਹੀਂ ਲੱਗਣੇ, 5 ਸੈਕਿੰਡ ਲੱਗੇ ਸੀ ਇੱਥੋਂ ਇੱਥੇ ਜਾਣ ਨੂੰ। ਹਾਂਜੀ, V² ਪਲੱਸ 2FS, V ਗਿਵਨ ਆ 0, ਜੋ ਗਿਵਨ ਸੀ G² ਪਲੱਸ 2F ਆ -G, ਅਤੇ S ਅਸੀਂ ਕੈਲਕੂਲੇਟ ਕਰਨਾ। S ਅਸੀਂ ਕੀ ਕਰਨਾ, ਕੈਲਕੂਲੇਟ। ਇੱਥੋਂ S ਕੈਲਕੂਲੇਟ ਕਰ ਲਿਓ, ਉਹ ਆ ਜਾਏਗਾ G² ਓਵਰ 2G। ਇੱਕ G ਕੈਂਸਲ ਹੋ ਗਈ ਅਤੇ G ਓਵਰ 2 ਮੀਟਰ, ਇੰਨੇ ਮੀਟਰ ਆਨਸਰ ਆ ਗਿਆ, G ਓਵਰ 2 ਮੀਟਰ, ਤਾਂ ਦੈਟ ਇਜ਼ 4.9 ਮੀਟਰ। ਇਹੀ ਇਸ ਕੁਐਸਚਨ 'ਚ ਅਸੀਂ ਡਿਸਕਸ ਕਰਨਾ ਸੀ, ਇਹੀ ਅਸੀਂ ਸ਼ੋਅ ਕਰਨਾ ਸੀ। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਹਾਂਜੀ, ਇਹ ਕੁਐਸਚਨ ਕਰਨ ਜਾ ਰਹੇ ਹਾਂ ਆਪਾਂ, 5th ਕੁਐਸਚਨ। ਬਹੁਤ ਸਿੰਪਲ ਕੁਐਸਚਨ ਆ। ਇਹ weight of 10 kg attached to one end of a string, find weight which must be attached to other end। ਬਾਕੀ ਮੈਂ ਸਟੇਟਮੈਂਟ ਛੱਡ ਗਿਆ, ਤੁਸੀਂ ਆਪ ਰੀਡ ਕਰ ਲਿਓ। ਸੋ ਦੈਟ F/G/3, ਐਕਸਲਰੇਸ਼ਨ ਗਿਵਨ ਆ G/3। ਹੁਣ ਐਕਸਲਰੇਸ਼ਨ ਗਿਵਨ ਆ, ਇੱਕ ਸਾਈਡ 'ਤੇ ਮਾਸ ਪੁਲੀ 'ਤੇ 10 kg ਅਸੀਂ ਅਟੈਚ ਕੀਤਾ, ਕਿ ਦੂਜੇ ਸਾਈਡ 'ਤੇ ਕਿੰਨਾ ਅਟੈਚ ਕਰੀਏ ਕਿ ਜਿਹਦੀ ਉਹਦੀ ਐਕਸਲਰੇਸ਼ਨ ਆ ਉਹ G/3 ਰਵੇ। ਇਹ ਕੁਐਸਚਨ ਆ। ਕੁਐਸਚਨ 'ਤੇ ਅਸੀਂ ਕੀ ਸਪੋਜ਼ ਕਰਾਂਗੇ, ਸੋਲੂਸ਼ਨ। ਅਸੀਂ ਹੁਣ ਕੀ ਸਪੋਜ਼ ਕਰਾਂਗੇ, ਸੋਲੂਸ਼ਨ ਸਾਡਾ ਹਾਂਜੀ, ਲੈਟ ਪਹਿਲੀ ਲਾਈਨ ਸੇਮ, let T be tension in the string, F ਤਾਂ ਗਿਵਨ ਹੈ, let T be tension in the string and F is given to be G/3। ਦੋ ਕੇਸ ਕਰਾਂਗੇ। ਕੇਸ 1 M1 greater than M2। M1 ਗਿਵਨ ਆ, ਇੱਕ ਸਾਈਡ 'ਤੇ ਅਸੀਂ 10 kg ਮਾਸ ਅਟੈਚ ਕੀਤਾ। M2 ਅਸੀਂ ਕੈਲਕੂਲੇਟ ਕਰਨਾ, M2 ਕੀ ਕਰਨਾ, ਅਸੀਂ ਕੈਲਕੂਲੇਟ ਕਰਨਾ। M1 ਗ੍ਰੇਟਰ ਦੈਨ M2, ਇਹ ਪਹਿਲਾ ਕੇਸ ਲਿਆ ਅਸੀਂ। ਹੁਣ ਡਾਇਰੈਕਟ ਫਾਰਮੂਲਾ ਯੂਜ਼ ਕਰ ਸਕਦੇ ਹਾਂ, ਜਾਂ ਤੁਸੀਂ ਕੀ ਕਰੋ, ਫਿਰ ਤੁਸੀਂ ਇਕੁਏਸ਼ਨ ਆਫ ਮੋਸ਼ਨਸ ਲਿਖੋ। ਹੁਣ ਗ੍ਰੇਟਰ ਕੌਣ ਆ ਇੱਥੇ, ਗ੍ਰੇਟਰ ਆ ਮੇਰੇ ਕੋਲ, ਮੈਂ ਕਿਹਨੂੰ ਲਿਆ, M1। ਸੋ M1 ਤੁਸੀਂ ਇੱਧਰ M1G, ਇੱਧਰ ਤੁਸੀਂ M2G, ਫਿਰ ਤੁਸੀਂ ਇਕੁਏਸ਼ਨ ਆਫ ਮੋਸ਼ਨਸ ਲਿਖੋਗੇ। ਜਿਹੜਾ ਮਾਸ ਗ੍ਰੇਟਰ ਆ ਉਹ ਇੱਧਰ ਮੂਵ ਕਰੇਗਾ। ਇਕੁਏਸ਼ਨ ਆਫ ਮੋਸ਼ਨਸ ਕੀ ਆਉਣਗੀਆਂ, ਇਕੁਏਸ਼ਨ ਆਫ ਮੋਸ਼ਨਸ ਕੀ ਆਉਣਗੀਆਂ, ਔਰ ਪਹਿਲੀ ਆਏਗੀ M1G ਮਾਈਨਸ T ਇਜ਼ ਇਕੁਅਲ ਟੂ M1F, ਇੱਦਾਂ ਹੀ T ਮਾਈਨਸ M2G ਇਜ਼ ਇਕੁਅਲ ਟੂ M2F। ਇਹਨਾਂ ਨੂੰ ਐਡ ਕਰ ਦਿਓ ਅਤੇ ਤੁਹਾਨੂੰ F ਮਿਲ ਜਾਣਾ, ਵਿਚ ਇਜ਼ M1 ਮਾਈਨਸ M2G ਓਵਰ M1 ਪਲੱਸ M2। ਇਹ ਤੁਹਾਨੂੰ ਮਿਲ ਜਾਣਾ M1 ਮਾਈਨਸ M2G। F ਦੀ ਵੈਲਿਊ ਗਿਵਨ ਆ, ਵਿਚ ਇਜ਼ G/3। ਇੱਥੇ G/3 ਪੁੱਟ ਕਰ ਦਿਓ, M1 ਮਾਈਨਸ M2, M1 ਪਲੱਸ M2G ਕੈਂਸਲ ਹੋ ਜੂ। ਇਹਨੂੰ ਸਿੰਪਲੀਫਾਈ ਕਰਿਓ
ਤੇ ਤੁਹਾਡੇ ਕੋਲ ਆਨਸਰ ਆ ਜਾਣਾ M1 ਤਾਂ ਗਿਵਨ ਸੀ, M2 ਦਾ ਆਨਸਰ ਤੁਹਾਡੇ ਕੋਲ ਆ ਜਾਏਗਾ 5 kg। M2 ਆ ਜਾਣਾ 5 kg। ਇਹ ਪਹਿਲਾ ਪਾਰਟ ਆ ਕਿ ਜੇ M1 ਗ੍ਰੇਟਰ ਹੋਏਗਾ ਨਾ ਤਾਂ M2 ਦੀ ਵੈਲਿਊ ਫਿਰ 5 ਆਣੀ ਆ, ਸੋ ਦੈਟ ਜਿਹੜੀ ਐਕਸਪ੍ਰੈਸ਼ਨ ਹੈ g/3 ਰਹੇਗੀ। ਇੱਦਾਂ ਹੀ ਕੇਸ 2, ਜੇ M2 ਗ੍ਰੇਟਰ ਹੋ ਜਾਵੇ M1 ਨਾਲੋਂ, ਫਿਰ ਇਸ ਕੇਸ ਵਿੱਚ ਕੀ ਹੋਣਾ? ਇਸ ਕੇਸ ਵਿੱਚ ਫਿਰ ਅਸੀਂ ਡਾਇਗਰਾਮ ਦੁਬਾਰਾ ਬਣਾਵਾਂਗੇ। ਮੈਂ ਜਿੱਦਾਂ ਕਿ ਕਹਿ ਚੁੱਕਿਆ ਪਹਿਲੇ, ਜਿਹੜਾ ਗ੍ਰੇਟਰ ਮਾਸ ਆ ਉਹ ਇੱਧਰਲੀ ਸਾਈਡ 'ਤੇ ਲੈਣਾ, ਇੱਧਰ ਹੋ ਜਾਏਗਾ M2G, ਇੱਧਰ ਹੋ ਜਾਏਗਾ M1G। ਫਿਰ ਤੁਸੀਂ ਇਕੁਏਸ਼ਨ ਆਫ ਮੋਸ਼ਨਸ ਲਿਖੋਗੇ, ਉਹ ਕੀ ਆਉਣੀ ਹੈ? ਇਕੁਏਸ਼ਨ ਆਫ ਮੋਸ਼ਨਸ ਆਰ M2G - T = M2F, T - M1G M1F। ਇਹਨਾਂ ਨੂੰ ਐਡ ਕਰ ਦੋਗੇ ਤਾਂ F ਆ ਜਾਣਾ M2 - M1 × G upon M1 + M2। Again F is given to be G/3 M2 - M1 × G upon M1 + M2। G ਕੈਂਸਲ, ਸਿੰਪਲੀਫਾਈ ਕਰਿਓ ਤਾਂ ਤੁਹਾਡੇ ਕੋਲ M1 ਗਿਵਨ ਸੀ, M2 ਦੀ ਵੈਲਿਊ ਆ ਜਾਏਗੀ ਤੁਹਾਡੇ ਕੋਲ ਮੇਬੀ 20 kg। M2 ਦੀ ਵੈਲਿਊ ਆ ਜਾਏਗੀ 20 kg। ਸੋ ਜੇ M1 ਗ੍ਰੇਟਰ ਹੋਏਗਾ ਤਾਂ M2 ਦੀ ਵੈਲਿਊ 5 kg ਆਣੀ ਹੈ, ਜੇ M2 ਗ੍ਰੇਟਰ ਹੋਏਗਾ ਤਾਂ M2 ਦੀ ਵੈਲਿਊ 20 kg ਆਏਗੀ। ਹੁਣ ਕਰਾਂਗੇ ਅਸੀਂ ਨੈਕਸਟ ਕੁਐਸਚਨ। ਹਾਂਜੀ, ਹੁਣ ਅਸੀਂ ਕਰਾਂਗੇ ਕੁਐਸਚਨ ਨੰਬਰ 6। ਬਹੁਤ ਜ਼ਿਆਦਾ ਸਿੰਪਲ ਕੁਐਸਚਨ ਹੈ। 2 ਮਾਸਸ M1 M2 ਇਹ ਗਿਵਨ ਹੈ। M1 ਇਜ਼ ਗ੍ਰੇਟਰ ਦੈਨ M2, ਇਹ ਵੀ ਗਿਵਨ ਹੈ। ਅੱਗੇ ਹੀ ਦਿੱਤਾ ਹੋਇਆ ਕਿ ਇੱਕ ਸਟਰਿੰਗ ਨਾਲ ਅਸੀਂ ਅਟੈਚ ਕੀਤੇ ਹੋਏ ਆ। ਮੈਂ ਛੱਡ ਰਿਹਾ ਇੱਥੋਂ ਸਟੇਟਮੈਂਟ, ਪੁਲੀ ਦੇ ਉੱਪਰ ਉਹ ਮੂਵ ਕਰਦੇ ਪਏ ਆ। ਨਾਲ ਇਹ ਗਿਵਨ ਆ, ਇਫ ਟੈਂਸ਼ਨ ਇਨ ਦਾ ਸਟਰਿੰਗ ਇਜ਼ ਇਕੁਅਲ ਟੂ ਵੇਟ ਆਫ ਮਾਸ M। ਜੋ ਰਿਕੁਆਇਰਮੈਂਟ ਸੀ ਮੈਂ ਉਹੀ ਸਿਰਫ ਲਿਖੀਆਂ। ਟੈਂਸ਼ਨ ਗਿਵਨ ਆ ਕਿੰਨੀ ਆ? ਵੇਟ ਆਫ ਮਾਸ M। ਟੈਂਸ਼ਨ ਕਿੰਨੀ ਆ? ਵੇਟ ਆਫ ਮਾਸ M। ਇਹ ਅੰਡਰਲਾਈਨ ਕਰ ਲਓ। PT means prove that M is harmonic mean between M1 and M2। ਇਹ ਅਸੀਂ ਸ਼ੋ ਕਰਨਾ। ਬਹੁਤ ਜ਼ਿਆਦਾ ਸਿੰਪਲ ਕੁਐਸਚਨ ਆ। ਫਿਰ ਅਸੀਂ ਇੱਕ ਪੁਲੀ ਬਣਾ ਲਾਂਗੇ। ਇੱਕ ਬੰਦੇ ਅਸੀਂ ਮਾਸ M1 ਲੈਣਾ, M1G ਹੋ ਗਿਆ ਵੇਟ, M1 ਸੀ ਮਾਸ। ਇੱਕ ਮਾਸ ਇੱਦਾਂ ਹੀ ਅਸੀਂ M2 ਲੈਣਾ, M2 ਲੈਸ ਆ, ਇੱਧਰ ਹੋ ਗਿਆ M2G। T ਟੈਂਸ਼ਨ ਸਪੋਜ਼ ਕਰ ਲਓ ਕਿਉਂਕਿ M1 ਗ੍ਰੇਟਰ ਆ, ਸੋ ਠੀਕ ਹੈ ਜੀ। ਲੈਟ F be acceleration, uniform acceleration and T be tension in the string। ਹਾਂਜੀ, ਫਿਰ ਅਸੀਂ ਲਿਖਾਂਗੇ ਇਕੁਏਸ਼ਨ ਆਫ ਮੋਸ਼ਨਸ। ਇਕੁਏਸ਼ਨ ਆਫ ਮੋਸ਼ਨਸ ਆਰ, ਬਹੁਤ ਸਿੰਪਲ ਆ। ਤੁਸੀਂ ਕਹੋਗੇ ਸਰ ਸਾਨੂੰ ਆਉਂਦਾ ਹੀ ਆ, ਮੈਂ ਕਹੂੰਗਾ ਬਿਲਕੁਲ। ਹਾਂਜੀ, T - M2G M2F ਐਡ ਕਰ ਦਿਓ। ਐਡ ਕਰੋਗੇ M1 - M2G upon M1 + M2। ਇਹ ਆ ਗਈ ਸਾਡੀ ਐਕਸਲਰੇਸ਼ਨ। ਇਹਨੂੰ ਤੁਸੀਂ ਫਸਟ ਨੰਬਰ ਇਕੁਏਸ਼ਨ 'ਚ ਪੁੱਟ ਕਰ ਦੋਗੇ। ਪੁੱਟ ਇਨ ਫਸਟ, ਕਿਉਂਕਿ ਇੱਥੇ ਟੈਂਸ਼ਨ ਦੀ ਗੱਲ ਹੋਈ ਹੈ, ਟੈਂਸ਼ਨ ਅਸੀਂ ਕੈਲਕੂਲੇਟ ਕਰਾਂਗੇ। ਪੁੱਟ ਕਰੋਗੇ ਤਾਂ ਤੁਹਾਡੇ ਕੋਲ ਟੈਂਸ਼ਨ ਆ ਜਾਏਗੀ 2M1 M2 upon M1 + M2G। ਬਹੁਤੀਆਂ ਬੁੱਕਸ ਵਿੱਚ ਇਹ ਸਾਰੇ ਰਿਜ਼ਲਟ ਡਾਇਰੈਕਟ ਲਿਖੇ ਹੁੰਦੇ ਆ, ਮੈਂ ਡਾਇਰੈਕਟ ਨਹੀਂ ਚੂਜ਼ ਕਰ ਰਿਹਾ। ਜੇ ਡਾਇਰੈਕਟ ਲਿਖੋਗੇ ਤੁਹਾਡੇ ਮਾਰਕਸ ਕੱਟੇ ਜਾ ਸਕਦੇ ਆ, ਇਸ ਕਰਕੇ ਇਹਨਾਂ ਨੂੰ ਮੈਂ ਨਾਲ ਹੀ ਡਰਾਈਵ ਕਰ ਰਿਹਾ। ਹਾਂਜੀ, ਇਹ ਟੈਂਸ਼ਨ ਵਾਲਾ ਰਿਜ਼ਲਟ ਆ ਗਿਆ ਸਾਡੇ ਕੋਲ। ਪਰ ਟੈਂਸ਼ਨ ਗਿਵਨ ਆ, ਇਫ ਟੈਂਸ਼ਨ ਇਨ ਦਾ ਸਟਰਿੰਗ ਇਜ਼ ਇਕੁਅਲ ਟੂ, ਕਿਹਦੇ ਇਕੁਅਲ ਆ? ਵੇਟ ਆਫ ਮਾਸ M। ਬਟ tension is given to be weight of mass M। M ਮਾਸ G ਨਾਲ ਮਲਟੀਪਲਾਈ ਕਰ ਦੋ, ਹੋ ਗਿਆ weight mg। ਇਹ ਅਸੀਂ ਹੁਣ ਇੱਥੇ ਸਬਸਟੀਟਿਊਟ ਕਰ ਦਾਂਗੇ। ਸੋ ਕੈਪੀਟਲ M × G 2M1 M2 M1 + M2 × G ਨਾਲ G ਕੈਂਸਲ ਹੋ ਗਈ ਤਾਂ ਮੇਰੇ ਕੋਲ ਕੈਪੀਟਲ M ਆ ਗਿਆ 2M1 M2 upon M1 + M2। ਇਹ ਜਿਹੜਾ ਰਿਲੇਸ਼ਨ ਆ ਇਹਨੂੰ ਅਸੀਂ ਕੀ ਕਹਿੰਦੇ ਆ? M is harmonic mean
ਬਿਟਵੀਨ ਮਾਸਿਸ m1 ਐਂਡ m2 ਇਹੀ ਅਸੀਂ ਸ਼ੋਅ ਕਰਨਾ ਸੀ। ਇਹ ਰਿਜ਼ਲਟ ਹਾਰਮੋਨਿਕ ਮੀਨ ਦਾ। ਹਾਂਜੀ, ਇਹ ਰਿਜ਼ਲਟ ਕੀ ਹੁੰਦਾ? ਹਾਰਮੋਨਿਕ ਮੀਨ। ਜੇ m ਹਾਰਮੋਨਿਕ ਮੀਨ ਆ ਤਾਂ ਇਹ ਸਾਡੇ ਕੋਲ ਸਟੈਂਡਰਡ ਰਿਜ਼ਲਟ ਆ। ਹਾਂਜੀ, ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਹਾਂਜੀ, ਇਹਨੂੰ ਤੁਸੀਂ ਇੱਕ ਵਾਰ ਸਕਰੀਨਸ਼ਾਟ ਲੈ ਲਓ ਜਾਂ ਤੁਸੀਂ ਇਹਨੂੰ ਉਤਾਰ ਸਕਦੇ ਆ। ਹਾਂਜੀ, ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਹਾਂਜੀ, ਹੁਣ ਅਸੀਂ ਕਰਾਂਗੇ 7th ਕੁਐਸਚਨ ਦਾ ਸੋਲੂਸ਼ਨ। ਹਾਂਜੀ, ਚਲੋ ਸਟੇਟਮੈਂਟ ਪੜ੍ਹੀਏ। ਸ਼ੋ ਹਾਊ ਟੂ ਡਿਵਾਈਡ ਮਾਸ 10 kg ਇੰਟੂ 2 ਸਕੇਲ ਪੈਨਸ ਈਚ ਆਫ ਵਿਚ has mass of 4 kg so that the heavier pan may descend 2.18 meter into in 2 seconds। ਇਹ ਆ ਕੁਐਸਚਨ। ਹਾਂਜੀ, ਸਕੇਲ ਪੈਨ ਤੁਸੀਂ ਦੇਖੀ ਹੋਣੀ ਆ ਇਸ ਟਾਈਪ ਦੀ। ਤੁਸੀਂ ਜਦੋਂ ਵੈਜੀਟੇਬਲਸ ਲੈਣ ਜਾਂਦੇ ਹੋਵੋਗੇ ਤੁਸੀਂ ਸਕੇਲ ਪੈਨ ਦੇਖੀ ਹੋਏਗੀ, ਵੇਟ ਕਰਨ ਵਾਲੀ ਮਸ਼ੀਨ ਇਸ ਟਾਈਪ ਦੀ। ਇੱਦਾਂ ਦਾ ਕੁਐਸਚਨ ਆ ਇਹ, ਪਰ ਇਹਨੂੰ ਅਸੀਂ ਜੋ ਡਾਇਗਰਾਮ ਬਣਾਉਣੀ ਹੈ ਉਸ ਬਿਲਕੁਲ ਸੇਮ ਉਹੀ ਬਣਾਵਾਂਗੇ ਜੋ ਪੁਲੀ ਵਾਲੀ ਹੁੰਦੀ ਹੈ। ਕੀ ਹੁੰਦਾ ਕਿ 2 ਪੈਨਸ ਹੁੰਦੇ ਆ ਜਿਨ੍ਹਾਂ 'ਤੇ ਅਸੀਂ ਵੇਟ ਪਾਉਣਾ ਹੁੰਦਾ। ਮੰਨ ਲਓ ਤੁਸੀਂ ਸਬਜ਼ੀ ਲੈਣੀ ਆ, ਸਬਜ਼ੀ ਮੰਡੀ ਜਾ ਕੇ ਤੁਸੀਂ ਜੇ 2 kg ਲੈਣੀ ਆ, ਇੱਕ ਸਾਈਡ 'ਤੇ 2 kg ਦੇ ਰਾਈਡਰ ਪਾਵਾਂਗੇ, ਇੱਕ ਸਾਈਡ 'ਤੇ ਜੋ ਤੁਸੀਂ ਵੈਜੀਟੇਬਲ ਖਰੀਦਣੀ ਆ ਉਹ ਪਾਓਗੇ। ਬਟ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਹ ਨਾ ਪੈਨਸ ਆ ਜਿਨ੍ਹਾਂ 'ਤੇ ਤੁਸੀਂ ਉਹ ਵੇਟ ਰੱਖ ਰਹੇ ਆ ਜਾਂ ਉਹ ਸਬਜ਼ੀ ਰੱਖ ਰਹੇ ਆ, ਉਹਨਾਂ ਦਾ ਆਪਣਾ ਭਾਰ ਆ 4 kg। ਉਹਨਾਂ ਦਾ ਆਪਣਾ ਭਾਰ ਆ ਲਿਖਿਆ ਹੋਇਆ। ਕਹਿੰਦੇ ਈਚ ਆਫ ਵਿਚ ਹੈਜ਼ ਮਾਸ ਆਫ 4 kg। ਉਹ ਜਿਹੜੇ ਸਕੇਲ ਪੈਨਸ ਆ ਨਾ ਜਿਨ੍ਹਾਂ 'ਤੇ ਅਸੀਂ ਵੇਟ ਰੱਖਣਾ ਜਾਂ ਕੁਛ ਵੀ ਰੱਖਣਾ ਦੂਜੀ ਸਾਈਡ 'ਤੇ, ਉਹਨਾਂ ਦਾ ਆਪਣਾ ਭਾਰ ਵੀ ਹੈਗਾ 4 kg। ਉਹ ਲਾਈਟ ਵੇਟ ਨਹੀਂ ਗੇ, ਉਹਨਾਂ ਦਾ ਆਪਣਾ ਭਾਰ ਵੀ 4 kg ਆ। ਉਸ ਤੋਂ ਬਾਅਦ ਕੀ ਕਰਨਾ, ਸਾਡੇ ਕੋਲ 10 kg ਮਾਸ ਆ, ਇਹਨਾਂ ਦਾ ਆਪਣਾ ਭਾਰ ਹੋ ਗਿਆ 4 kg। ਚਲੋ ਆਪਾਂ ਡਾਇਗਰਾਮ ਇੱਦਾਂ ਨਹੀਂ ਬਣਾਵਾਂਗੇ ਜੋ ਸਾਡੀ ਰੂਟੀਨ 'ਚ ਡਾਇਗਰਾਮ ਬਣਦੀ ਆ। ਅਸੀਂ ਇੱਦਾਂ ਸਮਝ ਲੈਣਾ ਕਿ ਸਾਡੇ ਕੋਲ ਇੱਦਾਂ ਬਿਲਕੁਲ ਸੇਮ ਟੂ ਸੇਮ ਜਿੱਦਾਂ ਅਸੀਂ ਪਹਿਲੇ ਬਣਾਉਂਦੇ ਹਾਂ, ਇੱਦਾਂ ਬਿਲਕੁਲ ਸੇਮ ਚੀਜ਼ ਹੈ, ਕੋਈ ਫਰਕ ਨਹੀਂ ਹੈਗਾ। ਟੈਨਸ਼ਨ ਟੀ ਸਪੋਜ਼ ਕਰ ਲੈਣੀ ਤੁਸੀਂ। ਸਪੋਜ਼ ਕਰ ਲੈਣਾ ਕਿ ਇੱਧਰ ਨੂੰ ਅਸੀਂ ਰੋਟੇਟ ਹੁੰਦੇ ਹਾਂ। ਇਹਨਾਂ ਦਾ ਆਪਣਾ ਜਿਹੜਾ ਵੇਟ ਆ 4 ਆ, ਇਹਦਾ ਵੀ 4 ਆ। ਇਹ ਤਾਂ ਆਉਣਾ ਹੀ ਆਉਣਾ ਦੋਨੋਂ ਸਾਈਡਾਂ 'ਤੇ। ਇਹ ਗਿਵਨ ਆ ਸਾਨੂੰ। ਹਾਂਜੀ, ਇਹ ਸਾਨੂੰ ਗਿਵਨ ਆ। ਹਾਂਜੀ, ਇਹ ਗਿਵਨ ਆ। ਹਾਂਜੀ, ਇਹ ਕਿਸੇ ਗਿਵਨ ਆ। ਫਿਰ ਇਹ ਕਹਿ ਰਹੇ ਆ ਕਿ 10 kg ਮਾਸ ਅਸੀਂ 2 ਸਕੇਲ ਪੈਨ 'ਚ ਕਿਸ ਤਰੀਕੇ ਡਿਵਾਈਡ ਕਰੀਏ ਤਾਂ ਹੋਵੇ ਕਿ ਜਿਹੜਾ ਹੈਵੀਅਰ ਪੈਨ ਹੈ ਨਾ, ਭਾਰਾ ਪੈਨ ਆ, ਇਹਨੂੰ ਅਸੀਂ ਭਾਰਾ ਸਪੋਜ਼ ਕਰਾਂਗੇ ਇੱਧਰ। ਉਹ ਕੀ ਕਰ ਜਾਵੇ 2 ਸੈਕਿੰਡ ਦੇ ਵਿੱਚ 2.18 ਮੀਟਰ ਨੀਚੇ ਚਲਾ ਜਾਵੇ। ਇਹ ਕੁਐਸਚਨ ਹੈ ਉਹਨਾਂ ਦਾ ਕਿ ਇੱਕ ਬੰਨੇ ਵੇਟ ਕਿੰਨਾ ਪਾਈਏ, ਦੂਜੇ ਬੰਨੇ ਕਿੰਨਾ ਪਾਈਏ, ਉਹ ਅਸੀਂ ਹਿਸਾਬ ਕਿਤਾਬ ਲਾਉਣਾ ਕਿੰਨਾ ਪਾਈਏ। ਅਸੀਂ ਇਹ ਸਪੋਜ਼ ਕਰ ਲੈਂਦੇ ਹਾਂ ਕਿ ਇੱਧਰ ਅਸੀਂ ਮਾਸ ਐਕਸ ਵਿੱਚ ਐਡ ਕਰ ਲਿਆ, ਅਟੈਚ ਕਰਤਾ। ਦੂਜੇ ਸਾਈਡ 'ਤੇ ਅਸੀਂ 10 - x ਵੇਟ ਪਾ ਦਿੰਦੇ ਹਾਂ। ਠੀਕ ਹੈ ਜੀ, ਇਸ ਤਰੀਕੇ ਅਸੀਂ ਸਪੋਜ਼ ਕਰ ਲਿਆ। ਅਤੇ ਇੱਧਰ ਹੋ ਗਿਆ ਫਿਰ 4 + x × g। ਇੱਧਰ ਫਿਰ ਹੋ ਗਿਆ ਸਾਡੇ ਕੋਲ 14 - x × g। ਮੈਂ ਫਿਰ ਇੱਕ ਵਾਰੀ ਰਿਪੀਟ ਕਰਦਾ ਸਟੇਟਮੈਂਟ। ਸਾਡੇ ਕੋਲ 2 ਸਕੇਲ ਪੈਨ ਆ, ਉਹਨਾਂ ਦਾ ਆਪਣਾ ਜਿਹੜਾ ਵੇਟ ਆ ਉਹ 4 kg ਐਂਡ 4 kg ਆ। ਉਸ ਤੋਂ ਬਾਅਦ ਕਹਿੰਦੇ ਕਿ 10 kg ਮਾਸ ਅਸੀਂ 2 ਸਕੇਲ ਪੈਨ 'ਚ ਇੱਦਾਂ ਐਡਜਸਟ ਕਰਨਾ ਕਿ ਇੱਕ ਬੰਨੇ ਭਾਰਾ ਹੋ ਜਾਵੇ ਅਤੇ ਇੱਕ ਬੰਨੇ ਹੋ ਜਾਵੇ ਹੌਲਾ। ਇੱਕ ਬੰਨੇ ਮੈਂ x ਪਾ ਦਿੱਤਾ, ਦੂਜੇ ਬੰਨੇ 10 - x ਪਾ ਦਿੱਤਾ। ਇਹਨਾਂ ਦਾ ਸਮ ਕਰ ਲਓ 10 ਹੀ ਆ, ਟੋਟਲ ਸੇਮ ਰਵੇ। ਜਿਹੜਾ ਹੈਵੀਅਰ ਪੈਨ ਆ ਉਹ ਕੀ ਕਰੇ 2 ਸੈਕਿੰਡ 'ਚ 2.18 ਮੀਟਰ ਨੀਚੇ ਚਲਾ ਜਾਵੇ। ਇਹ ਸਾਡਾ ਕੁਐਸਚਨ ਆ। ਪਹਿਲਾਂ ਤਾਂ ਅਸੀਂ ਉਹੀ ਸਪੋਜ਼ ਕਰਨਾ ਲੈਟ FB ਐਂਡ TB ਟੈਂਸ਼ਨ ਇਨ ਦਾ ਸਟਰਿੰਗ ਜੋ ਵੀ ਤੁਸੀਂ ਲਿਖਦੇ ਹੁੰਦੇ ਆ। ਉਸ ਤੋਂ ਬਾਅਦ ਅਸੀਂ ਲਿਖਾਂਗੇ ਇਕੁਏਸ਼ਨ ਆਫ ਮੋਸ਼ਨ। ਇਕੁਏਸ਼ਨ ਆਫ ਮੋਸ਼ਨਸ ਲਿਖੋਗੇ, ਉਹ ਕੀ ਆਉਣਗੀਆਂ 4 + x g 4 + x g - t is equal to 4 + x mass into
F। ਦੈਨ ਦੂਜੀ ਸਾਈਡ 'ਤੇ 14 ਮਾਈਨਸ x ਇੰਟੂ t ਮਾਈਨਸ ਕੀ ਆਉਣਾ ਸੀ t ਮਾਈਨਸ 14 ਮਾਈਨਸ x ਇੰਟੂ g ਇਜ਼ ਇਕੁਅਲ ਟੂ 14 ਮਾਈਨਸ ਇੰਟੂ f। ਐਡ ਕਰ ਲਓ ਇਹਨਾਂ ਨੂੰ। ਜਦੋਂ ਐਡ ਕਰੋਗੇ ਤਾਂ ਕੀ ਆਉਣਾ, ਮੈਂ ਥੋੜ੍ਹਾ ਸ਼ੋਰਟ ਕਰਕੇ ਲਿਖ ਦਿੰਦਾ। ਐਡ ਕਰੋਗੇ, ਚਲੋ ਇੱਕ ਸਟੈਪ ਲਿਖ ਹੀ ਦਿੰਦੇ ਹਾਂ। 4 ਪਲੱਸ x ਮਾਈਨਸ 14 ਪਲੱਸ x ਇੰਟੂ ਜੀ। ਐਡ ਕੀਤਾ ਇਹਨਾਂ ਨੂੰ। ਇਸ ਸਾਈਡ 'ਤੇ ਕੀ ਹੋਣਾ, 4 ਪਲੱਸ x ਪਲੱਸ 14 ਮਾਈਨਸ x ਇੰਟੂ f। ਇੱਥੇ x ਕੈਂਸਲ ਹੋ ਗਈ। ਇੱਧਰ ਕੀ ਆ ਗਿਆ, ਇੱਧਰ ਆ ਗਿਆ 2x ਮਾਈਨਸ 10 ਇੰਟੂ ਜੀ। ਇਹ ਡਿਵਾਈਡ ਹੋ ਜਾਏਗਾ। ਇਹ ਕਿੰਨੇ ਹੋ ਗਏ 18। ਇਹ ਹੋ ਗਏ 18। ਇਹ ਸਾਨੂੰ ਮਿਲ ਗਈ ਐਕਸਲਰੇਸ਼ਨ। ਥੋੜ੍ਹਾ ਜਿਹਾ ਹੋਰ ਸਿੰਪਲੀਫਾਈ ਕਰ ਦੇਵਾਂ ਤਾਂ f ਕਿੰਨਾ ਆ ਗਿਆ, 2 ਕਾਮਨ ਕਰਕੇ ਕੈਂਸਲ ਕਰ ਦਿਓ। x ਮਾਈਨਸ 5 ਓਵਰ 9 ਇੰਟੂ ਜੀ। ਇਹ ਆ ਗਈ ਐਕਸਲਰੇਸ਼ਨ। ਮੈਨੂੰ ਐਕਸਲਰੇਸ਼ਨ ਮਿਲ ਗਈ। ਮੈਨੂੰ ਕੀ ਮਿਲ ਗਈ, ਐਕਸਲਰੇਸ਼ਨ। ਅਤੇ ਮੈਂ x ਕੈਲਕੂਲੇਟ ਕਰਨਾ, ਅਤੇ ਮੈਂ ਕੈਲਕੂਲੇਟ ਕੀ ਕਰਨਾ, x ਤਾਂ ਮੈਨੂੰ f ਮਿਲ ਚੁੱਕੀ ਹੈ ਵਿਚ ਇਜ਼ x ਮਾਈਨਸ f ਓਵਰ g। ਹਾਂਜੀ, ਹੁਣ ਜੋ ਸਾਡਾ ਕੁਐਸਚਨ ਆ ਉਹਦੇ ਵੱਲ ਅਸੀਂ ਆਈਏ। ਹਾਂਜੀ, 4 kg ਇਹਨਾਂ ਦਾ ਆਪਣਾ ਸਕੇਲ ਪੈਨ ਦਾ, ਜਿਹੜੇ ਪੈਨਸ ਆ ਉਹਨਾਂ ਦਾ ਵੇਟ ਪਹਿਲੇ ਰਸਟ ਵਿੱਚ ਆ। ਇੱਕ ਸਾਈਡ 'ਤੇ ਅਸੀਂ x ਵੇਟ ਪਾਇਆ, ਦੂਜੀ ਸਾਈਡ 'ਤੇ 10 ਮਾਈਨਸ x ਪਾਇਆ। ਇੱਕ ਭਾਰਾ ਹੋਣ ਕਰਕੇ ਫਿਰ ਉਹਨਾਂ ਦੀ ਜਿਹੜੀ ਆ ਉਹ ਇੱਕ ਨੇ ਨੀਚੇ ਜਾਣਾ। ਇਨੀਸ਼ੀਅਲੀ ਕੀ ਸੀ, ਜੂ 0 ਸੀ ਪਹਿਲੇ। ਜਦੋਂ 4 kg ਮਾਸ ਸੀ ਉਹਨਾਂ ਦਾ ਆਪਣਾ। ਜਦੋਂ ਅਸੀਂ ਉਹਦੇ ਵਿੱਚ ਕੁਛ ਵੀ ਅਟੈਚ ਨਹੀਂ ਕੀਤਾ, ਕੁਛ ਵੀ ਟਾਈ ਅਪ ਨਹੀਂ ਕੀਤਾ। ਹਾਂਜੀ, ਹੁਣ ਕੀ ਹੋਣਾ, ਹਾਂ ਇੱਕ f ਸਾਨੂੰ ਪਤਾ, f ਕਿੰਨਾ ਸੀ ਆਪਾਂ ਹੁਣੇ ਕੈਲਕੂਲੇਟ ਕਰ ਚੁੱਕੇ ਹਾਂ, x ਮਾਈਨਸ 5 ਓਵਰ 9 ਇੰਟੂ ਜੀ। ਇੱਕ s ਵੀ ਗਿਵਨ ਆ ਵਿਚ ਇਜ਼ 2.18 ਮੀਟਰ। ਟਾਈਮ ਗਿਵਨ ਆ ਕਿ 2 ਸੈਕਿੰਡ ਲੱਗਦੇ ਆ ਲਿਖਿਆ ਹੋਇਆ 2 ਸੈਕਿੰਡ। ਹੁਣ ਇੱਥੇ ਵੈਲੋਸਿਟੀ ਤਾਂ ਐਬਸੈਂਟ ਆ ਫਾਈਨਲ, ਸੋ ਅਸੀਂ ਯੂਜ਼ ਕਰਾਂਗੇ s QT ਪਲੱਸ ਹਾਫ FT ਸਕੁਏਅਰ। ਇਹ ਅਸੀਂ ਯੂਜ਼ ਕਰ ਰਹੇ ਹਾਂ ਰਿਜ਼ਲਟ। s 2.18, ਜੂ ਸੀ 0, ਹਾਫ ਐਂਡ ਵੈਲਿਊ ਆਫ f is x minus 5 over 9 into g। ਹਾਂਜੀ, ਇੰਟੂ ਜੀ। ਇਹਨੂੰ ਜੇ ਮੈਂ ਮਲਟੀਪਲਾਈ ਕਰ ਦੇਵਾਂ, ਇਹਨੂੰ ਜੇ ਮੈਂ ਮਲਟੀਪਲਾਈ ਕਰ ਦੇਵਾਂ, ਇਹਨੂੰ ਜੇ ਮੈਂ ਮਲਟੀਪਲਾਈ ਕਰ ਦੇਵਾਂ 2.18, ਥੋੜ੍ਹਾ ਸਿੰਪਲੀਫਾਈ ਕਰੀਏ। 2 ਨਾਲ ਮਲਟੀਪਲਾਈ ਕਰੀਏ ਪਹਿਲੇ। 2 ਨਾਲ ਜੇ ਤੁਸੀਂ ਮਲਟੀਪਲਾਈ ਕਰੋਗੇ ਤਾਂ ਕੀ ਆਉਣਾ, ਹੁਣ ਡਾਇਗਰਾਮ ਦੀ ਜ਼ਰੂਰਤ ਹੀ ਨੂੰ ਅਸੀਂ ਕਰ ਦਿੰਦੇ ਹਾਂ ਰਫ। ਜੀ ਦੀ ਵੈਲਿਊ ਪੁੱਟ ਕਰ ਦਈਏ। ਜੀ ਦੀ ਵੈਲਿਊ ਪੁੱਟ ਕਰ ਦਿਓ, x ਮਾਈਨਸ 5 2 ਇੰਟੂ 9 ਇੰਟੂ 9.8 ਹਾਂਜੀ, ਇਹ ਆ ਗਿਆ 4.9। ਜੀ ਦੀ ਵੈਲਿਊ ਸ਼ਾਇਦ ਸਟੇਟਮੈਂਟ 'ਚ ਗਿਵਨ ਆ, ਹਾਂ ਉਹ ਲੈਣੀ ਹੈ। ਜੀ ਦੀ ਵੈਲਿਊ ਸਾਨੂੰ ਸਟੇਟਮੈਂਟ 'ਚ ਗਿਵਨ ਆ, ਅਸੀਂ ਸਿਰਫ ਉਹ ਲੈਣੀ ਆ, ਹੋਰ ਨਹੀਂ ਲੈਣੀ। ਉਹ ਗਿਵਨ ਆ, ਉਹ ਸਾਨੂੰ ਗਿਵਨ ਆ 9.81। ਉਹਦੇ ਨਾਲ ਹੀ ਕੈਲਕੂਲੇਸ਼ਨ ਹੋਣੀ ਹੈ। 9.81 ਲੈਣੀ ਅਸੀਂ, 9.81 ਇਹੀ ਲੈਣੀ ਹੈ। ਫਿਰ ਹੀ ਸਾਡੀ ਜਿਹੜੀ ਕੈਲਕੂਲੇਸ਼ਨ
ਐਗਜ਼ੈਕਟ ਆਏਗੀ। ਹਾਂਜੀ, ਇਹਨੂੰ ਹੁਣ ਡਿਵਾਈਡ ਕਰੋ ਤਾਂ ਕੀ ਆਣਾ, ਇੱਥੇ 2 ਬਚ ਜਾਣਾ। ਹਾਂਜੀ, ਇਹਨੂੰ ਸਿੰਪਲੀਫਾਈ ਥੋੜ੍ਹਾ ਕਰ ਲਿਓ ਤੁਸੀਂ। ਇੱਥੋਂ ਤੁਹਾਡੇ ਕੋਲ ਐਕਸ ਦੀ ਵੈਲਿਊ ਆ ਜਾਏਗੀ ਮੇ ਬੀ 4, ਐਕਸ ਦੀ ਵੈਲਿਊ ਆ ਜਾਏਗੀ। ਇਹਨੂੰ ਸਿੰਪਲੀਫਾਈ ਕਰਨ ਤੋਂ ਬਾਅਦ 6 ਆ ਜਾਏਗੀ। ਐਕਸ ਦੀ ਵੈਲਿਊ ਆ ਜਾਏਗੀ 6 ਆਏਗੀ। ਮੈਂ ਥੋੜੀ ਕੈਲਕੂਲੇਸ਼ਨ ਵੱਲ ਨਹੀਂ ਜਾ ਰਿਹਾ, ਤੁਸੀਂ ਆਪ ਇਹਨੂੰ ਕੈਲਕੂਲੇਟ ਕਰ ਲਿਓ। ਐਕਸ ਕੈਲਕੂਲੇਟ ਕਰ ਲਿਓ, ਐਕਸ ਆ ਜਾਏਗਾ 6 ਮੀਟਰ। ਸੋ ਐਕਸ ਦੀ ਵੈਲਿਊ ਆ ਗਈ 6 ਮੀਟਰ। ਸੋ ਮੈਂ ਇੱਕ ਲਾਈਨ ਤਾਂ ਮੈਂ ਉੱਪਰ ਲਿਖੀ ਨਹੀਂ ਪਹਿਲੇ, ਇੱਕ ਮੈਨੂੰ ਨਾ ਇੱਥੇ ਲਿਖਣਾ ਚਾਹੀਦਾ ਸੀ, ਲੈਟ 10 kg ਮਾਸ। ਇੱਥੇ ਮੈਂ ਇੱਕ ਲਾਈਨ ਲਿਖੂੰਗਾ, ਲੈਟ ਸਟਾਰਟਿੰਗ 'ਚ ਇੱਕ ਲਾਈਨ ਲਿਖਾਂਗੇ, ਲੈਟ 10 kg ਮਾਸ ਡਿਵਾਈਡਡ ਐਜ਼ ਇੱਦਾਂ ਲਵਾਂਗੇ M1 ਅਸੀਂ ਲਵਾਂਗੇ, ਜਾਂ ਇੱਦਾਂ ਲਿਖ ਲਓ x ਐਂਡ 10 - x, ਇਸ ਤਰੀਕੇ ਲਵਾਂਗੇ। ਠੀਕ ਹੈ ਜੀ, ਇਸ ਤਰੀਕੇ ਅਸੀਂ 10 kg ਨੂੰ ਡਿਵਾਈਡ ਕੀਤਾ। ਸੋ ਇੱਕ ਸਾਈਡ 'ਤੇ ਆ ਗਿਆ 4, ਹੁਣ ਦੂਜੀ ਸਾਈਡ 'ਤੇ ਕਿੰਨਾ ਆਉਣਾ, 10 - x, 10 - 6 ਵਿਚ ਇਜ਼ 4 ਮੀਟਰ। ਸੋ ਇੱਕ ਸਾਈਡ 'ਤੇ ਅਸੀਂ ਲਗਾਵਾਂਗੇ, ਐਕਸ ਮੈਂ ਕਿਹਨੂੰ ਸਪੋਜ਼ ਕੀਤਾ ਸੀ, ਡਿਸਟੈਂਸ ਨਹੀਂ ਸੀ, ਐਕਸ ਸੀ ਵੇਟ kg। 10 kg ਨੂੰ ਅਸੀਂ ਡਿਵਾਈਡ ਕੀਤਾ 2 ਸਕੇਲ ਪੈਨ 'ਚ। ਇੱਕ ਸਾਈਡ 'ਤੇ ਅਸੀਂ 6 kg ਰੱਖਾਂਗੇ, ਇੱਕ ਸਾਈਡ 'ਤੇ ਅਸੀਂ 4 kg ਰੱਖਾਂਗੇ। ਉਹਦੇ ਨਾਲ ਕੀ ਹੋਣਾ ਕਿ 2 ਸੈਕਿੰਡ ਦੇ ਵਿੱਚ 2.18 ਮੀਟਰ ਉਹਨੇ ਨੀਚੇ ਚੱਲ ਜਾਣਾ। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਹਾਂਜੀ, ਹੁਣ ਅਸੀਂ ਕੁਐਸਚਨ ਨੰਬਰ ਕਰਨ ਜਾ ਰਹੇ ਹਾਂ 9th ਦਾ ਸੈਕਿੰਡ ਪਾਰਟ। ਕੁਐਸਚਨ ਨੰਬਰ 8th, 9th ਦਾ ਪਾਰਟ ਫਸਟ, 9th ਦਾ ਪਾਰਟ ਸੈਕਿੰਡ, ਇਹ ਸਾਰੇ ਸੇਮ ਟਾਈਪ ਆ। ਇਸ ਕਰਕੇ ਮੈਂ ਇਹਨਾਂ ਤਿੰਨਾਂ 'ਚੋਂ ਇੱਕ ਪਾਰਟ ਕਰਵਾ ਰਿਹਾ। 9th ਦਾ ਪਾਰਟ ਸੈਕਿੰਡ। ਇਫ ਦਾ ਸਟਰਿੰਗ ਇਨ ਐਡਵਰਡਸ ਮਸ਼ੀਨ ਕੈਨ ਬੀ ਰਸਟ੍ਰੇਨ ਆਫ 1/n of the sum of two weights, show that least possible acceleration is n - 2 over n under root into g. Solution. ਪਹਿਲਾ step same. Let f be uniform acceleration and t be tension in the ਸਟਰਿੰਗ। ਇੱਥੇ ਅਸੀਂ ਡਾਇਰੈਕਟ ਰਿਜ਼ਲਟ ਯੂਜ਼ ਕਰਾਂਗੇ। ਸੋ ਐਫ ਮੇਰੇ ਕੋਲ, ਹਾਂਜੀ ਇੱਕ ਚੀਜ਼ ਹੋਰ ਸਪੋਜ਼ ਕਰਨੀ ਆ, ਲੈਟ, ਕਿਉਂਕਿ ਮਾਸ ਗਿਵਨ ਨਹੀਂ ਹੈਗੇ, ਲੈਟ M1 M2 greater than M2 be 2 masses। ਇਹ ਵੀ ਆਪਾਂ ਸਪੋਜ਼ ਕਰ ਲਿਆ ਕਿਉਂਕਿ ਸਟੇਟਮੈਂਟ 'ਚ ਕਿਤੇ ਵੀ ਗਿਵਨ ਨਹੀਂ। ਹੁਣ ਐਫ ਕਿੰਨੀ ਆਏਗੀ, ਕਿਉਂਕਿ M1 ਗ੍ਰੇਟਰ ਆ, M1 - M2 ਓਵਰ M1 + M2 into G। ਇੱਕ ਟੈਂਸ਼ਨ ਤੁਸੀਂ ਕੈਲਕੂਲੇਟ ਕਰ ਲੈਂਦੇ ਹੁੰਦੇ ਬਾਅਦ ਵਿੱਚ, ਇਹਨਾਂ ਤੁਸੀਂ ਡਰਾਈਵ ਵੀ ਕਰ ਸਕਦੇ ਆ ਅਤੇ ਰਿਜ਼ਲਟ ਯਾਦ ਵੀ ਰੱਖ ਸਕਦੇ ਆ, M1 + M2 into G। ਨੈਕਸਟ ਸਟੈਪ ਆ, ਟੇਕ M1 + M2 ਨੂੰ ਤੁਸੀਂ ਕੈਪੀਟਲ M ਸਪੋਜ਼ ਕਰ ਲਓ, M1 + M2 ਨੂੰ ਕੈਪੀਟਲ M ਸਪੋਜ਼ ਕਰ ਲਓ। ਸੋ F ਰਿਡਿਊਸਸ ਟੂ M1 - M2 ਓਵਰ ਕੈਪੀਟਲ M into G। ਇੱਧਰ ਕੀ ਹੋ ਜਾਏਗਾ, ਜਦੋਂ ਇੱਦਾਂ ਤੁਸੀਂ ਸਪੋਜ਼ ਕਰੋਗੇ, ਨਾ ਹੀ ਲਗਾਓ ਲਾਈਨ, ਇੱਧਰ ਆ ਜਾਏਗਾ। ਸੋ T = 2M1 M2 ਓਵਰ ਕੈਪੀਟਲ M into G। ਇੱਥੋਂ ਤੁਸੀਂ ਕੈਲਕੂਲੇਟ ਕਰ ਲਓ M1 - M2, ਕੈਲਕੂਲੇਟ ਕਰੋਗੇ ਉਹ ਆਏਗਾ F ਕੈਪੀਟਲ M, ਹਾਂਜੀ ਓਵਰ, ਹਾਂਜੀ ਇਹ ਕ੍ਰੋਸ ਮਲਟੀਪਲਾਈ ਹੋ ਗਿਆ ਓਵਰ G। ਇੱਧਰੋਂ ਤੁਸੀਂ M1 M2 ਦੀ ਵੈਲਿਊ ਕੈਲਕੂਲੇਟ ਕਰ ਲਓ। ਇਹਦੀ ਵੈਲਿਊ ਕੈਲਕੂਲੇਟ ਕਰੋਗੇ ਤਾਂ ਕੀ ਆਉਣਾ, TM ਓਵਰ 2G। ਇਹ ਮੇਰੇ ਕੋਲ ਵੈਲਿਊ M1 into M2 ਦੀ ਆ ਗਈ, ਇਹ ਮੇਰੇ ਕੋਲ ਵੈਲਿਊ M1 - M2 ਦੀ ਆ ਗਈ। ਇੱਕ ਰਿਜ਼ਲਟ ਸਾਨੂੰ ਪਤਾ, ਵੀ ਨੋ
ਕੀ ਸਾਨੂੰ ਪਤਾ ਵੀ ਨੋ ਕਿਹੜਾ ਰਿਜ਼ਲਟ ਪਤਾ m1 ਪਲੱਸ m2 ਸਕੇਅਰ ਮਾਈਨਸ m1 ਮਾਈਨਸ m2 ਸਕੇਅਰ ਇਜ਼ ਇਕੁਅਲ ਟੂ 4m1 ਇੰਟੂ m2 ਇਹ ਸਾਨੂੰ ਰਿਜ਼ਲਟ ਪਤਾ ਇਹ ਸਾਨੂੰ ਰਿਜ਼ਲਟ ਚੰਗੀ ਤਰ੍ਹਾਂ ਪਤਾ ਹਾਂਜੀ ਇਹਦੇ 'ਚ ਇਹ ਹੋ ਗਿਆ m ਸਕੇਅਰ ਇਹ ਅਸੀਂ ਇਹਨੂੰ m ਸਪੋਜ਼ ਕੀਤਾ ਹੋਇਆ ਪਹਿਲੇ ਇਹ ਦੇਖੋ ਇਹਨੂੰ ਅਸੀਂ ਕੈਪੀਟਲ M ਸਪੋਜ਼ ਕੀਤਾ ਹੋਇਆ ਇਹਦਾ ਸਕੇਅਰ ਹੋ ਗਿਆ ਮਾਈਨਸ m1 ਮਾਈਨਸ m2 ਦੀ ਵੈਲਿਊ fm ਓਵਰ g fm ਓਵਰ g ਸਕੇਅਰ ਇਜ਼ ਇਕੁਅਲ ਟੂ 4 m1 ਇੰਟੂ m2 ਦੀ ਵੈਲਿਊ tm ਓਵਰ 2g tm ਅਪੋਨ 2g ਇੱਕ m ਨਾਲ ਮੈਂ ਡਿਵਾਈਡ ਕਰ ਦੇਣਾ ਤਾਂ ਕੀ ਮਿਲ ਗਿਆ m ਸਕੇਅਰ f ਸਕੇਅਰ m ਅਪੋਨ ਇੱਕ m ਦੇ ਨਾਲ ਮੈਂ ਕਰਤਾ ਡਿਵਾਈਡ m ਮਾਈਨਸ f ਸਕੇਅਰ m ਓਵਰ g ਸਕੇਅਰ ਇਜ਼ ਇਕੁਅਲ ਟੂ 2t ਓਵਰ g ਇੱਥੋਂ ਅਸੀਂ ਥੋੜ੍ਹੀ ਜਿਹੀ ਹੁਣ ਸਿੰਪਲੀਫਾਈ ਕਰਕੇ t ਕੈਲਕੂਲੇਟ ਕਰਦੇ ਹਾਂ ਸੋ t g ਨਾਲ ਮਲਟੀਪਲਾਈ ਕਰ ਦਈਏ 2 ਦੇ ਨਾਲ ਕਰ ਦਈਏ ਡਿਵਾਈਡ ਕੀ ਆ ਜਾਣਾ ਸੋ t ਦੀ ਵੈਲਿਊ ਆ ਜਾਣੀ ਹੈ ਮੇਰੇ ਕੋਲ mg ਓਵਰ 2 ਮਾਈਨਸ f ਸਕੇਅਰ m ਓਵਰ 2g ਇਹ ਮੇਰੇ ਕੋਲ ਆ ਗਈ ਵੈਲਿਊ t ਦੀ ਮੇਰੇ ਕੋਲ ਵੈਲਿਊ ਆ ਗਈ mg ਓਵਰ 2 ਮਾਈਨਸ f ਸਕੇਅਰ m ਓਵਰ 2g ਹੁਣ ਗਿਵਨ ਕੀ ਆ ਇਹ ਬਾਕੀ ਨੂੰ ਮੈਂ ਰਫ ਕਰ ਰਿਹਾ ਹਾਂਜੀ f ਲਿਖਿਆ ਸੀ t ਲਿਖਿਆ ਸੀ m1 ਪਲੱਸ m2 ਨੂੰ ਅਸੀਂ ਕੈਪੀਟਲ M ਸਪੋਜ਼ ਕਰ ਲਿਆ ਸਬਸਟੀਟਿਊਟ ਕਰਕੇ ਇੱਥੋਂ ਡਿਫਰੈਂਸ ਫਾਈਂਡ ਕਰ ਲਿਆ ਇੱਥੋਂ ਪ੍ਰੋਡਕਟ ਫਾਈਂਡ ਕਰ ਲਈ ਇਸ ਰਿਜ਼ਲਟ 'ਚ ਪੁੱਟ ਕਰਤੀ ਇੱਕ t ਫਾਈਂਡ ਕਰ ਲਿਆ t ਅਸੀਂ ਟੈਂਸ਼ਨ ਲਿਆ ਟੈਂਸ਼ਨ ਕਹਿ ਲਓ ਜਾਂ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਇੱਥੇ ਸਟ੍ਰੇਨ ਮੀਨਿੰਗ ਸੇਮ ਹੈ ਹਾਂਜੀ ਫਰਦਰ ਹੁਣ ਪਿਛਲਾ ਰਿਜ਼ਲਟ ਕੋਈ ਨਹੀਂ ਚੂਜ਼ ਕਰਨਾ ਜਸਟ ਆਹ ਹੀ ਚੂਜ਼ ਕਰਾਂਗੇ ਹਾਂਜੀ ਬਟ ਗਿਵਨ ਕੀ ਹੈ ਬਟ ਟੀ ਉਹਨਾਂ ਨੇ ਕੀ ਕਿਹਾ ਲੀਸਟ ਕੀ ਕਿਹਾ ਸੀ ਐਟਵਰਡਸ ਮਸ਼ੀਨ ਕੈਨ ਬੀਅਰ ਆਫ ਸਟ੍ਰੇਨ ਆਫ 1/n ਆਫ ਸਮ ਆਫ 2 ਵੇਟਸ ਕਹਿਣ ਦਾ ਮੀਨਿੰਗ ਹੈ ਟੀ ਲੈਸ ਦੈਨ ਇਕੁਅਲ ਟੂ 1/n ਸਮ ਆਫ 2 ਵੇਟਸ ਮਾਸ ਕਿੰਨੇ ਕਿੰਨੇ ਗਿਵਨ ਹੈ m1 ਪਲੱਸ m2 ਮਾਸ ਦਾ ਸਮ ਕਰਤਾ ਇੰਟੂ g ਕਰ ਦਈਏ ਤਾਂ ਉਹ ਬਣ ਗਏ ਵੇਟ ਹਾਂਜੀ ਲੈਸ ਦੈਨ ਇਕੁਅਲ ਟੂ 1/n ਲੈਸ ਦੈਨ ਉਹਨਾਂ ਨੇ ਕਿਹਾ ਕੈਨ ਬੀਅਰ ਕਹਿੰਦੇ ਇੰਨੀ ਕੁ ਫੀਲ ਹੁੰਦੀ ਆ ਮਤਲਬ ਇਸ ਤੋਂ ਘੱਟ ਵੀ ਹੋ ਸਕਦੀ ਹੈ ਫਿਰ ਖਿੱਚ ਠੀਕ ਹੈ ਇਸ ਕਰਕੇ ਲੈਸ ਦੈਨ ਇਕੁਅਲ ਟੂ ਆ ਮੈਕਸੀਮਮ ਇਹਦਾ ਮੀਨਿੰਗ ਹੈ ਕੈਨ ਬੀ ਸਟੇਨ ਕੈਨ ਬੀ ਦਾ ਮੀਨਿੰਗ ਇੱਥੇ ਮੈਕਸੀਮਮ ਇੰਨੀ ਹੈ ਕਿੰਨੀ 1/n ਆਫ ਸਮ ਆਫ 2 ਵੇਟਸ ਸਮ ਆਫ ਮਾਸ ਹੋ ਗਿਆ ਇੰਟੂ ਜੀ ਕਰਦਾ ਵੇਟ ਹੋ ਗਿਆ ਤੇ 1/n ਮਲਟੀਪਲ ਹੈ ਨਾਲ ਇਹ ਗਿਵਨ ਸੀ ਹਾਂਜੀ ਟੀ ਦੀ ਵੈਲਿਊ ਪੁੱਟ ਕਰ ਦਿਓ mg कैपिटल M इंटू जी ओवर 2 माइनस f स्केयर m अपॉन 2g ये गिवन सी लैस दैन इक्वल टू 1/n m1 हाँ जी इनू असी की कह सकते हैं कैपिटल m1 प्लस m2 की आ कैपिटल m इतों हुण असी एक्सलरेशन फाइंड करनी है एनी शो करनी है इस करके इनू इधर लै जाइए इनू इधर लै आओ mg m एक कैंसल हो गई सारे चों m ना करता असी डिवाइड सो g ओवर 2 माइनस f स्केयर ओवर 2g इधर आके माइनस हो गया g अपॉन n इज़ लेस दैन इक्वल टू f स्केयर अपॉन 2g f स्केयर अपॉन 2g 2g ना कर दो मल्टीप्लाई सो एफ स्केयर ग्रेटर दैन इक्वल टू साइड चेंज करती नाल ही मैं 2g इधर नाल मल्टीप्लाई करती 2 कैंसल हो गया इत्थे आ गया g स्केयर माइनस एक इत्थे भी हो गया g स्केयर ओवर n 2 ना मल्टीप्लाई की तो हो गया 2g स्केयर ओवर n हाँ जी बिल्कुल ठीक ये आ गया
ਸੋ ਥੋੜ੍ਹਾ ਜਿਹਾ ਜੀ ਸਕੇਅਰ ਨੂੰ ਕਰ ਲਈਏ ਕਾਮਨ, ਸਿੰਪਲੀਫਾਈ ਕਰ ਲਈਏ। ਸੋ ਐਫ ਸਕੇਅਰ ਗ੍ਰੇਟਰ ਦੈਨ ਇਕੁਅਲ ਟੂ ਜੀ ਸਕੇਅਰ ਕਾਮਨ 1 ਮਾਈਨਸ 2 ਅਪੋਨ ਐਨ। ਸੋ ਐਫ ਸਕੇਅਰ ਗ੍ਰੇਟਰ ਦੈਨ ਇਕੁਅਲ ਟੂ ਜੀ ਸਕੇਅਰ ਐਨ ਐਲਸੀਅਮ ਐਨ ਮਾਈਨਸ 2। ਸੋ ਐਫ ਗ੍ਰੇਟਰ ਦੈਨ ਇਕੁਅਲ ਟੂ ਜੀ ਅੰਡਰ ਰੂਟ ਐਨ ਮਾਈਨਸ 2 ਅਪੋਨ ਐਨ। ਇਹੀ ਮੈਂ ਸ਼ੋ ਕਰਨਾ ਸੀ। ਸੋ ਪੁੱਛਿਆ ਕਿ ਸੀ ਲੀਸਟ ਪੋਸੀਬਲ ਐਕਸਲਰੇਸ਼ਨ। ਅਸੀਂ ਇਹ ਕਹਿ ਰਹੇ ਐਫ ਗ੍ਰੇਟਰ ਦੈਨ ਇਕੁਅਲ ਟੂ ਦਿਸ। ਸੋ ਮਿਨੀਮਮ ਵੈਲਿਊ ਐਫ ਦੀ ਕੀ ਆ ਜਾਏਗੀ, ਮੈਂ ਇੱਥੇ ਲਿਖ ਦੇਣਾ ਮਿਨੀਮਮ, ਜਾਂ ਕਹਿ ਲਿਓ ਲੀਸਟ ਐਕਸਲਰੇਸ਼ਨ। ਉਹ ਕਿੰਨੀ ਆ ਗਈ, ਜੀ ਅੰਡਰ ਰੂਟ ਐਨ ਮਾਈਨਸ 2 ਓਵਰ ਐਨ। ਇਹ ਸੀ ਇਹ ਕੁਐਸਚਨ, ਇਹ ਅਸੀਂ ਸ਼ੋ ਕਰਨਾ ਸੀ। ਹੁਣ ਮੈਂ ਮਾੜਾ ਜਿਹਾ ਇੱਕ ਚੀਜ਼ ਹੋਰ ਸਮਝਾ ਦਾਂ ਕਿ ਜੇ ਸਪੋਜ਼ ਕਰੋ 8th ਕੁਐਸਚਨ ਆ ਜਾਂਦਾ, 8th ਕੁਐਸਚਨ ਉਹਦੇ ਵਿੱਚ ਕੀ ਫ਼ਰਕ ਆ, ਬਿਲਕੁਲ ਸੇਮ ਟੂ ਸੇਮ ਕਰਨਾ। ਉਹਦੇ 'ਚ ਫ਼ਰਕ ਕੀ ਆ ਉਸ ਕੁਐਸਚਨ ਦੇ ਵਿੱਚ, ਜਿੱਥੇ ਐਨ ਆ, ਜਿੱਥੇ ਇੱਥੇ 1/n ਆ, ਉੱਥੇ 1/8 ਗਿਵਨ ਆ। ਉਸ ਕੁਐਸਚਨ ਦੇ ਵਿੱਚ ਐਨ ਦੀ ਥਾਂ 'ਤੇ 8 ਗਿਵਨ ਆ, 1/8 ਆਫ ਦਾ ਸਮ ਆਫ 2 ਵੇਅਰਸ। ਜੇ ਮੈਂ ਗੱਲ ਕਰ ਲਵਾਂ 9th ਦੇ ਫਸਟ ਪਾਰਟ ਦੀ, ਉਹਦੇ ਵਿੱਚ 1/m ਦੀ ਥਾਂ 'ਤੇ ਕੀ ਆ ਗਿਆ, ਉਹਨਾਂ ਨੇ ਕੀ ਕਿਹਾ ਇਸ ਕੁਐਸਚਨ ਦੇ ਵਿੱਚ, ਟੈਂਸ਼ਨ ਇਕੁਅਲ ਟੂ 1/4। ਉਹਦੇ ਵਿੱਚ 1/4 ਗਿਵਨ ਆ, 1/4 ਐਨ। ਉਹਨਾਂ ਨੇ ਇਹ ਕਿਹਾ ਸੀ 1/4 1/4 ਬਸ ਇਹੀ ਫਰਕ ਹੈ। ਇਸ ਕੁਐਸਚਨ ਦੇ ਵਿੱਚ 1/n ਆ, 8th ਵਿੱਚ 1/8 ਹੋਏਗਾ, ਅਤੇ ਜਿਹੜਾ ਫਸਟ ਪਾਰਟ ਹੈ 9th ਦਾ ਉਹਦੇ ਵਿੱਚ 1/4 ਹੋਏਗਾ। ਕੁਐਸਚਨ ਬਿਲਕੁਲ ਸੇਮ। 2 ਕੁਐਸਚਨ ਰਹਿ ਕੇ ਅਸੀਂ ਹੱਲ ਕਰਾਂਗੇ। ਥੈਂਕ ਯੂ।